ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਤ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਉਹਨਾਂ ਮਹਾਨ ਯੋਧਿਆਂ ਸੂਰਬੀਰਾਂ ਨੂੰ ਯਾਦ ਕਰਨ ਵਾਸਤੇ ਇਕੱਠੇ ਹੋਏ ਹਾਂ, ਜਿਨ੍ਹਾਂ ਨੇ ਜੂਨ 1984 ਦੇ ਵਿੱਚ ਭਾਰਤੀ ਫੌਜ ਦਾ ਡਟ ਕੇ ਮੁਕਾਬਲਾ ਕਰਦਿਆਂ ਸ਼ਹਾਦਤਾਂ ਦੇ ਜਾਮ ਪੀਤੇ। ਬਹੁਤ ਹੀ ਸੂਰਬੀਰ ਮਹਾਨ ਯੋਧੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਮਹਾਂਪੁਰਖ, ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਔਰ ਬਹੁਤ ਹੀ ਸੂਝਵਾਨ ਨੀਤੀਵਾਨ ਜਰਨਲ ਭਾਈ ਸੁਬੇਗ ਸਿੰਘ ਜੀ। ਇਹਨਾਂ ਤੋਂ ਇਲਾਵਾ ਅੱਜ ਦੇ ਦਿਨ ਜੂਨ 1984 ਦੇ ਵਿੱਚ ਇਸ ਅਸਥਾਨ ਦੇ ਉੱਤੇ ਭਾਰਤੀ ਸਟੇਟ ਦੇ ਨਾਲ ਲੜਦਿਆਂ ਬੇਅੰਤ ਸਿੱਖਾਂ ਨੇ ਸ਼ਹੀਦੀ ਦਿੱਤੀ ਹੈ, ਜਿਹਦੇ ਵਿੱਚ ਬੀਬੀਆਂ ਵੀ ਸਨ, ਬਜ਼ੁਰਗ ਵੀ ਸਨ, ਬੱਚੇ ਵੀ ਸਨ, ਨੌਜਵਾਨ ਵੀ ਸਨ। ਔਰ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਅੱਜ ਇਕੱਠੇ ਹੋਏ ਹਾਂ। ਜਿਸ ਵਕਤ ਭਾਰਤ 1947 ਦੇ ਵਿੱਚ ਭਾਰਤੀ ਲੋਕਾਂ ਦੇ ਕਹਿਣ ਮੁਤਾਬਕ ਆਜ਼ਾਦ ਹੋਇਆ, ਸਿੱਖਾਂ ਨੂੰ ਨੱਪਣ ਦੀ, ਸਿੱਖਾਂ ਨੂੰ ਕੁੱਟਣ ਦੀ ਪਾਲਿਸੀ ਜਿਹੜੀ ਹੈ ਉਸੇ ਵੇਲੇ ਤਿਆਰ ਹੋ ਗਈ ਸੀ ਔਰ ਤਿਆਰ ਕੀਤੀ ਸੀ ਜਵਾਹਰ ਲਾਲ ਨਹਿਰੂ ਨੇ ਕਿ ਇਸ ਹਿੰਦੁਸਤਾਨ ਦੇ ਅੰਦਰ, ਇਸ ਭਾਰਤ ਦੇ ਅੰਦਰ ਸਿੱਖਾਂ ਨੂੰ ਨੱਪਣਾ ਹੈ, ਸਿੱਖਾਂ ਨੂੰ ਕੁੱਟਣਾ ਹੈ, ਸਿੱਖਾਂ ਨੂੰ ਦੱਬਣਾ ਹੈ, ਆਰਥਿਕ ਤੌਰ ਤੇ ਕਮਜ਼ੋਰ ਕਰਨਾ ਹੈ, ਸਮਾਜਿਕ ਤੌਰ ਤੇ ਕਮਜ਼ੋਰ ਕਰਨਾ ਹੈ, ਧਾਰਮਿਕ ਤੌਰ ਤੇ ਕਮਜ਼ੋਰ ਕਰਨਾ ਹੈ ਔਰ ਰਾਜਨੀਤਿਕ ਤੌਰ ਤੇ ਵੀ ਕਮਜ਼ੋਰ ਕਰਨਾ ਹੈ। ਇਹ ਨੀਤੀਆਂ 1947 ਚ ਹੀ ਬਣ ਗਈਆਂ ਸੀ ਔਰ ਉਹਦਾ ਸਿੱਟਾ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ 37 ਹੋਰ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਹਮਲਿਆਂ ਦੇ ਰੂਪ ਦੇ ਵਿੱਚ ਨਿਕਲਿਆ। ਮੈਂ ਕੁਝ ਗੱਲਾਂ ਸਾਂਝੀਆਂ ਕਰਨੀਆਂ। ਇਹ ਜਿਹੜੀ ਬਾਦਸ਼ਾਹਤ ਦਾ ਸੰਕਲਪ ਹੈ ਜਾਂ ਰਾਜ ਦਾ ਸੰਕਲਪ ਹੈ, ਇਹ ਸਾਨੂੰ ਗੁਰੂ ਸਾਹਿਬਾਨ ਨੇ ਦਿੱਤਾ ਹੈ ਔਰ ਅਸੀਂ ਆਪਣੇ ਅਰਦਾਸ ਦੇ ਦੌਰਾਨ ਦੌਰੇ ਦੇ ਵਿੱਚ ਇਸ ਸੰਕਲਪ ਨੂੰ ਦੁਹਰਾਉਨੇ ਆ, ਰਾਜ ਕਰੇਗਾ ਖਾਲਸਾ, ਔਰ ਦੁਹਰਾਉਂਦੇ ਰਹਿਣਾ। ਜਿਹੜਾ ਸਿੱਖ ਹੈ, ਜਿਹਦੇ ਕੇਸਾਂ ਦੇ ਵਿੱਚ ਅੰਮ੍ਰਿਤ ਹੈ, ਜਿਹਦੇ ਨੇਤਰਾਂ ਦੇ ਵਿੱਚ ਅੰਮ੍ਰਿਤ ਹੈ, ਜਿਹਦੇ ਮੁਖ ਦੇ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਹੈ, ਉਹ ਰਾਜ ਦੇ ਸੰਕਲਪ ਤੋਂ ਮੁਨਕਰ ਨਹੀਂ ਹੈ ਔਰ ਨਾ ਮੁਨਕਰ ਹੋ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਕੋਈ ਖੁੱਲ੍ਹੇਆਮ ਮਾਨਸਾ ਵਰਗਾ ਖੁੱਲ੍ਹੇਆਮ ਕਹਿੰਦਾ ਹੈ ਔਰ ਸਾਡੇ ਵਰਗੇ ਦੱਬੀ ਜ਼ੁਬਾਨ 'ਚ ਕਹਿ ਦਿੰਦੇ ਆ। ਅਸੀਂ ਪੜ੍ਹਦੇ ਹਾਂ ਕਿ ਰਾਜ ਕਰੇਗਾ ਖਾਲਸਾ। ਕੌਣ ਰਾਜ ਕਰੂਗਾ? ਖਾਲਸਾ ਰਾਜ ਕਰੂਗਾ। ਤੇ ਜੇ ਅਸੀਂ ਰਾਜ ਕਰਨੇ, ਰਾਜ ਲੈਣੇ, ਤੇ ਸਾਨੂੰ ਖਾਲਸਾ ਬਣਨਾ ਪਏਗਾ। ਅੱਜ ਸਾਡੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਜਿਹੜੀਆਂ ਨੇ ਉਹ ਖੜੀਆਂ ਨੇ, ਜਿਹੜੀਆਂ ਸਾਨੂੰ ਕਮਜ਼ੋਰ ਕਰ ਰਹੀਆਂ ਨੇ, ਧਾਰਮਿਕ ਤੌਰ ਦੇ ਉੱਤੇ, ਸਮਾਜਿਕ ਤੌਰ ਦੇ ਉੱਤੇ ਔਰ ਆਰਥਿਕ ਤੌਰ ਦੇ ਉੱਤੇ। ਸਾਨੂੰ ਧਾਰਮਿਕ ਤੌਰ ਦੇ ਉੱਤੇ ਕਮਜ਼ੋਰ ਕਰਨ ਵਾਸਤੇ ਪੰਜਾਬ ਦੀ ਇਸ ਧਰਤੀ ਦੇ ਉੱਤੇ ਈਸਾਈਅਤ ਦਾ ਪ੍ਰਚਾਰ ਜਿਹੜਾ ਹੈ ਬੜੇ ਜ਼ੋਰ ਸ਼ੋਰ ਦੇ ਨਾਲ ਚਲਾਇਆ ਜਾ ਰਿਹਾ ਹੈ। ਪੰਜਾਬ ਦੇ ਅੰਦਰ ਪਿੰਡ ਪਿੰਡ ਚਰਚਾਂ ਬਣ ਰਹੀਆਂ ਔਰ ਮਸੀਤਾਂ ਬਣ ਰਹੀਆਂ। ਇਹ ਸਾਡੇ ਵਾਸਤੇ ਚਿੰਤਾ ਵਾਲੀ ਗੱਲ ਹੈ, ਸਾਡੇ ਵਾਸਤੇ ਫਿਕਰ ਵਾਲੀ ਗੱਲ ਹੈ। ਮੈਂ ਸਾਰੇ ਮਹਾਂਪੁਰਖਾਂ ਨੂੰ, ਜਿੰਨੇ ਵੀ ਸਿੱਖ ਧਰਮ ਨਾਲ ਸੰਬੰਧਿਤ ਮਹਾਂਪੁਰਖ ਹੈ, ਜਿਹੜੇ ਪ੍ਰਚਾਰ ਦੀ ਸੇਵਾ ਕਰਦੇ ਰਹੇ ਨੇ, ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਇੱਕ ਵਾਰੀ ਫੇਰ ਨਿਕਲੋ। ਜਿਵੇਂ ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂਵਾਲੇ, ਜਿਵੇਂ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਜਿਵੇਂ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਇਹਨਾਂ ਨੇ ਵਹੀਰਾਂ ਘੱਤ ਕੇ ਪਿੰਡਾਂ ਦੇ ਵਿੱਚ ਪ੍ਰਚਾਰ ਕੀਤਾ ਸੀ ਤੇ ਸਿੱਖੀ ਬੁਲੰਦ ਕੀਤੀ ਸੀ। ਅੱਜ ਵੀ ਮੈਂ ਇਹਨਾਂ ਮਹਾਂਪੁਰਖਾਂ ਨੂੰ ਅਪੀਲ ਕਰੂੰਗਾ ਕਿ ਪਿੰਡਾਂ ਦੇ ਵਿੱਚ ਜਾ ਕੇ, ਖਾਸ ਤੌਰ ਤੇ ਬਾਰਡਰ ਏਰੀਏ ਦੇ ਪਿੰਡਾਂ ਦੇ ਵਿੱਚ ਜਾ ਕੇ ਸਿੱਖੀ ਨੂੰ ਮਜ਼ਬੂਤ ਕਰੋ। ਹੁਣ ਏਸੀ ਕਮਰਿਆਂ ਚੋਂ ਬਾਹਰ ਨਿਕਲਣ ਦਾ ਸਮਾਂ ਆ ਗਿਆ, ਪਿੰਡਾਂ ਦੇ ਵਿੱਚ ਜਾਣ ਦਾ ਸਮਾਂ ਆ ਗਿਆ, ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਦਾ ਸਮਾਂ ਆ ਗਿਆ। ਕਿਉਂਕਿ ਜੇ ਅਸੀਂ ਧਾਰਮਿਕ ਤੌਰ ਤੇ ਮਜ਼ਬੂਤ ਨਾ ਹੋਵਾਂਗੇ, ਅਸੀਂ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਹੋਵਾਂਗੇ।
ਅਸੀਂ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਹੋਵਾਂਗੇ, ਅਸੀਂ ਸਮਾਜਿਕ ਤੌਰ ਤੇ ਮਜ਼ਬੂਤ ਨਹੀਂ ਹੋਵਾਂਗੇ। ਤੇ ਜੇ ਅਸੀਂ ਧਾਰਮਿਕ ਤੌਰ ਤੇ ਕਮਜ਼ੋਰ ਹੋ ਗਏ, ਸਮਾਜਿਕ ਤੌਰ ਤੇ ਕਮਜ਼ੋਰ ਹੋ ਗਏ, ਆਰਥਿਕ ਤੌਰ ਤੇ ਕਮਜ਼ੋਰ ਹੋ ਗਏ, ਰਾਜਨੀਤਿਕ ਕਮਜ਼ੋਰੀ ਨੂੰ ਕੋਈ ਰੋਕ ਹੀ ਨਹੀਂ ਸਕਦਾ ਹੈ। ਰਾਜਨੀਤਿਕ ਕਮਜ਼ੋਰੀ ਆਏਗੀ ਹੀ ਆਏਗੀ, ਔਰ ਅਸੀਂ ਉਹਨਾਂ ਰਾਜ ਤੋਂ ਦੂਰ ਹੋਵਾਂਗੇ ਜਿੰਨਾ ਧਾਰਮਿਕ ਤੌਰ ਤੇ ਕਮਜ਼ੋਰ ਹੋਵਾਂਗੇ। ਸਾਨੂੰ ਧਾਰਮਿਕ ਤੌਰ ਤੇ ਮਜ਼ਬੂਤ ਹੋਣ ਦੀ ਬਹੁਤ ਵੱਡੀ ਜ਼ਰੂਰਤ ਹੈ। ਸਾਡਾ ਨੌਜਵਾਨ ਨਸ਼ਿਆਂ 'ਚ ਗ੍ਰਿਫਤ ਹੋ ਰਿਹਾ ਹੈ, ਨੌਜਵਾਨ ਪੜ੍ਹਾਈ ਤੋਂ ਜਿਹੜਾ ਹੈ ਉਹ ਪਾਸਾ ਵੱਟ ਰਿਹਾ ਹੈ। ਨੌਜਵਾਨਾਂ ਦੇ ਅੰਦਰ ਕੌਮੀ ਜਜ਼ਬਾ ਜਿਹੜਾ ਹੈ ਉਹ ਪੈਦਾ ਕਰਨ ਦੀ ਅੱਜ ਸਭ ਤੋਂ ਵੱਡੀ ਸਾਧ ਸੰਗਤ ਦੀ ਜ਼ਰੂਰਤ ਹੈ। ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਇਹ ਜਿਹੜੀ ਸਿੱਖ ਕੌਮ ਹੈ, ਇਹ ਮਰਦੇ ਮੁਜ਼ਾਹਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਪੈਦਾ ਕੀਤੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਹੈ ਉਹ ਪ੍ਰਜਵਲਿਤ ਕੀਤੀ ਸ਼ੇਰਾਂ ਦੀ ਕੌਮ ਹੈ। ਇਸ ਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਸ-ਪਾਸ ਸਰਕਾਰ ਨੇ ਬਹੁਤ ਵੱਡਾ ਘੇਰਾ ਕੱਤਿਆ। ਸਰਕਾਰ ਵੀ ਮੰਨਦੀ ਹੈ ਕਿ ਇਹ ਸ਼ੇਰਾਂ ਦੀ ਕੌਮ ਹੈ, ਕਿਉਂਕਿ ਸ਼ੇਰਾਂ ਨੂੰ ਕਾਬੂ ਕਰਨ ਵਾਸਤੇ ਵੱਡੇ ਵੱਡੇ ਪਿੰਜਰੇ ਜਿਹੜੇ ਨੇ ਜਾਂ ਵੱਡੀਆਂ ਵੱਡੀਆਂ ਦੀਵਾਰਾਂ ਖੜੀਆਂ ਕੀਤੀਆਂ ਜਾਂਦੀਆਂ। ਗਿੱਦੜਾਂ ਨੂੰ ਰੋਕਣ ਵਾਸਤੇ ਪਿੰਜਰੇ ਖੜੇ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਸਰਕਾਰਾਂ ਨੂੰ। ਪੁੱਛਿਆ ਵੀ ਇੰਨੇ ਸੁਰੱਖਿਆ ਘੇਰੇ ਕਿਉਂ? ਕਹਿੰਦੇ ਜੀ ਸਿੱਖਾਂ ਦੀ ਸੁਰੱਖਿਆ ਵਾਸਤੇ। ਉਹ ਸਿੱਖਾਂ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ, ਸ਼ੇਰਾਂ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ। ਹਾਂ, ਸ਼ੇਰਾਂ ਤੋਂ ਸੁਰੱਖਿਆ ਦੀ ਲੋੜ ਹੈ, ਤੇ ਤੁਸੀਂ ਸ਼ੇਰਾਂ ਤੋਂ ਸੁਰੱਖਿਅਤ ਕਰਨ ਵਾਸਤੇ ਇਹ ਜਿਹੜੇ ਸੁਰੱਖਿਆ ਦਸਤੇ ਜਾਂ ਸੁਰੱਖਿਆ ਦੀਵਾਰਾਂ ਜਿਹੜੀਆਂ ਨੇ ਬਣਾਈਆਂ ਨੇ, ਇਹ ਸਾਨੂੰ ਦਿਸ ਰਹੀਆਂ ਨੇ। ਤੇ ਸ਼ੇਰ ਜਿਹੜਾ ਹੈ, ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੈਦਾ ਕੀਤਾ ਖਾਲਸਾ ਹੈ, ਉਹ ਕਿਸੇ ਤੇ ਨਹੱਕਾ ਹਮਲਾ ਨਹੀਂ ਕਰਦਾ, ਕਿਸੇ ਤੇ ਬੇਵਜ੍ਹਾ ਜਿਹੜਾ ਹੈ ਆਪਣਾ ਪੰਜਾ ਨਹੀਂ ਮਾਰਦਾ, ਬੇਵਜ੍ਹਾ ਜਿਹੜਾ ਹੈ ਉਹ ਕਿਸੇ ਵੱਲ ਦਹਾੜਦਾ ਨਹੀਂ ਹੈ। ਹਾਂ, ਕੋਈ ਸਟੇਟ ਦਾ ਭੇਜਿਆ ਜਿਹੜਾ ਭੇਖੀ ਜਿਹੜਾ ਹੈ ਨਕਲੀ ਦਾੜੀ ਕੇਸ ਲਾ ਕੇ ਭਾਵੇਂ ਕੋਈ ਜ਼ੁਲਮ ਕਰ ਜੇ, ਭਾਵੇਂ ਕੋਈ ਕਿਸੇ ਤੇ ਜ਼ਬਰ ਕਰ ਜੇ, ਪਰ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸਿੱਖ ਹੈ ਉਹ ਕਦੇ ਵੀ ਜ਼ੁਲਮ ਵੱਲ ਜਿਹੜਾ ਜ਼ੁਲਮ ਰੋਕਦਾ ਜ਼ਰੂਰ ਹੈ, ਲੇਕਿਨ ਜ਼ੁਲਮ ਨਹੀਂ ਕਰਦਾ। ਮੈਂ ਸਿੱਖ ਸੰਸਥਾਵਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਅੱਜ ਜ਼ਰੂਰਤ ਆ ਗਈ ਹੈ, ਜਿਵੇਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਮੱਲ ਅਖਾੜੇ ਕਾਇਮ ਕੀਤੇ ਸੀ, ਅੱਜ ਗੱਤਕਾ ਅਕੈਡਮੀਆਂ ਤੇ ਗੱਤਕੇ ਅਖਾੜੇ ਜਿਹੜੇ ਨੇ ਸਾਡੀਆਂ ਸੰਸਥਾਵਾਂ ਗੁਰਦੁਆਰਾ ਸਾਹਿਬਾਨ ਦੇ ਅੰਦਰ ਕਾਇਮ ਕਰਨ, ਔਰ ਮਾਡਰਨ ਜਿਹੜੇ ਨੇ ਸ਼ਸਤਰ ਅਭਿਆਸ ਦੇ ਕੇਂਦਰ ਜਿਹਨੂੰ ਸ਼ੂਟਿੰਗ ਰੇਂਜਾਂ ਕਹਿੰਦੇ ਨੇ, ਉਹ ਵੀ ਕਾਇਮ ਕੀਤੀਆਂ ਜਾਣ। ਕੋਈ ਹਰਜ ਨਹੀਂ ਹੈ ਸਾਧ ਸੰਗਤ ਜੀ। ਜਿਹੜੇ ਦੂਸਰੇ ਲੋਕ ਹੈ ਉਹ ਲੁਕ ਛਿਪ ਕੇ ਜਿਹੜੇ ਹੈ ਆਪਣੇ ਲੋਕਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇ ਰਹੇ ਹੈ, ਸ਼ਸਤਰਾਂ ਦੀ ਟ੍ਰੇਨਿੰਗ ਦੇ ਰਹੇ ਹੈ। ਅਸੀਂ ਲੁਕ ਛਿਪ ਕੇ ਨਹੀਂ ਦੇਾਂਗੇ, ਅਸੀਂ ਸ਼ਰੇਆਮ ਦੇਾਂਗੇ, ਖੁੱਲ੍ਹੇਆਮ ਦੇਾਂਗੇ। ਅੱਜ ਵਕਤ ਆ ਗਿਆ ਅਸੀਂ ਇਕੱਠੇ ਹੋਈਏ, ਅਸੀਂ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਸ਼ਸਤਰ ਅਭਿਆਸ ਵਾਲੇ ਪਾਸੇ ਲਾਈਏ, ਬਾਣੀ ਦੇ ਅਧਿਐਨ ਵਾਲੇ ਪਾਸੇ ਲਾਈਏ, ਔਰ ਵਿਦਿਆ ਦੇ ਲਈ ਉਹਨਾਂ ਨੂੰ ਇੰਨਾ ਪ੍ਰਬੀਨ ਕਰ ਦਈਏ ਕਿ ਸਾਡੇ ਸਿੱਖ ਨੌਜਵਾਨ ਜਿਹੜੇ ਮੁਲਕ ਦੇ ਵਿੱਚ ਵੀ ਜਾਣ, ਯਹੂਦੀਆਂ ਵਾਂਗੂ ਉਹਨਾਂ ਦੀ ਇਕਨੋਮੀ ਨੂੰ ਜਿਹੜਾ ਹੈ ਉਹ ਕਾਬੂ ਕਰ ਲੈਣ। ਜਦੋਂ ਸਾਡੇ ਨੌਜਵਾਨ ਇਸ ਕਾਬਲ ਬਣ ਗਏ ਕਿ ਦੁਨੀਆ ਦੇ ਮੁਲਕਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਇਕਨੋਮੀਆਂ ਦੱਬ ਲਈਆਂ, ਤੇ ਸਾਡਾ ਰਾਜ ਜਿਹੜਾ ਹੈ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਹ ਰੋਕ ਨਹੀਂ ਸਕੂਗੀ। ਸੱਚਖੰਡ ਸ੍ਰੀ ਹਰਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹਨੇ ਵੀ ਹਮਲਾ ਕੀਤਾ ਉਹ ਬਰਬਾਦ ਹੋਇਆ ਹੈ। ਜਿਹੜੀ ਪਾਰਟੀ ਨੇ ਹਮਲਾ ਕੀਤਾ ਉਹ ਬਰਬਾਦ ਹੋਇਆ ਹੈ। ਔਰ ਜਿਹੜੇ ਮੁਲਕ ਨੇ ਸਾਥ ਦਿੱਤਾ ਰਸ਼ੀਆ ਵਰਗਾ, ਉਹਨੂੰ ਇੱਕ ਨਿੱਕੇ ਜਿਹੇ ਮੁਲਕ ਨੇ ਜਿਹੜਾ ਉਹ ਵਾਣੀ ਪਾ ਰੱਖਿਆ ਹੈ। ਔਰ ਜਿੰਨਾ ਚਿਰ ਪੰਥ ਦੀ ਸ਼ਰਨ ਦੇ ਵਿੱਚ ਆ ਕੇ ਸੀਸ ਨਹੀਂ ਝੁਕਾਉਂਦੇ ਰਸ਼ੀਆ ਵਰਗੇ, ਇਹਨਾਂ ਨੂੰ ਟੁੱਟਣੋਂ ਕੋਈ ਨਹੀਂ ਬਚਾ ਸਕਦਾ, ਇਹਨਾਂ ਨੂੰ ਡੁੱਬਣੋਂ ਕੋਈ ਨਹੀਂ ਬਚਾ ਸਕਦਾ, ਔਰ ਇਹਨਾਂ ਨੂੰ ਮਰਨੋਂ ਕੋਈ ਨਹੀਂ ਬਚਾ ਸਕਦਾ ਹੈ। ਇਹ ਗੁਰੂ ਨਾਨਕ ਸਾਹਿਬ ਦਾ ਦਰ ਹੈ, ਗੁਰੂ ਨਾਨਕ ਸਾਹਿਬ ਦਾ ਘਰ ਹੈ। ਅੰਤ ਦੇ ਵਿੱਚ ਮੈਂ ਸਾਰੀਆਂ ਸਤਿਕਾਰਤ ਪੋਲੀਟੀਕਲ ਪਾਰਟੀਆਂ ਦੇ, ਖਾਸ ਤੌਰ ਤੇ ਸਿੱਖ ਪਾਰਟੀਆਂ ਦੇ ਆਗੂ ਬੈਠੇ ਨੇ, ਉਹਨਾਂ ਦਾ ਧੰਨਵਾਦ ਕਰਦਾ ਹਾਂ। ਆਪ ਸਾਰੀ ਸੰਗਤ ਦਾ ਧੰਨਵਾਦ, ਸਿੱਖ ਜਥੇਬੰਦੀਆਂ, ਸੰਪਰਦਾਵਾਂ ਦਾ, ਸੰਸਥਾਵਾਂ ਦਾ ਧੰਨਵਾਦ। ਅਸੀਂ ਇਕੱਠੇ ਹੋ ਕੇ ਚੱਲੀਏ। ਪਿੰਡਾ ਬੜਾ ਵਿਖੜਾ ਸਾਧ ਸੰਗਤ ਦੀ। ਜਦੋਂ ਕੱਲਾ ਬੰਦਾ ਕੋਈ ਪੈਂਡੇ ਦੇ ਉੱਤੇ ਸਫ਼ਰ ਕਰਦਾ ਹੈ ਤੇ ਬਹੁਤ ਤੰਗੀ ਆਉਂਦੀ ਹੈ, ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜਦੋਂ ਕਾਫਲੇ ਬਣਾ ਕੇ ਵਿਖੜੇ ਪੈਂਡਿਆਂ ਦੇ ਉੱਤੇ ਤੁਰਿਆ ਜਾਂਦਾ ਹੈ, ਮਤਭੇਦ ਭੁਲਾ ਕੇ, ਤੇ ਉਦੋਂ ਵਿਖੜੇ ਪੈਂਡੇ ਵੀ ਜਿਹੜੇ ਆ ਉਹ ਆਸਾਨ ਹੋ ਜਾਂਦੇ ਆ। ਅਸੀਂ ਬੁਲੰਦੀਆਂ ਛੂਵਾਂਗੇ, ਗੁਰੂ ਦੇ ਬਣ ਜਾਈਏ। ਗੁਰੂ ਸਾਡੇ ਨਾਲ ਹੈ, ਗੁਰੂ ਦੀ ਅਸੀਸ ਸਾਡੇ ਨਾਲ ਹੈ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ